सत श्री अकाल जी। अमृत पट्टी टॉक शो ਦੇ ਤੁਹਾਡਾ ਸਭ ਦਾ ਨਿੱਘਾ ਸਵਾਗਤ। ਮੈਂ ਤੁਹਾਡੀ ਆਪਣੀ ਹੋਸਟ ਅਮृत। ਦੋਸਤੋ ਪਿਛਲੀ ਵਾਰ HIV AIDS ਦੇ ਉੱਪਰ ਅਸੀਂ ਪ੍ਰੋਗਰਾਮ ਕੀਤਾ ਤੇ ਤੁਸੀਂ ਬਹੁਤ ਪਸੰਦ ਕੀਤਾ। ਉਸ ਦਾ ਦੂਸਰਾ ਭਾਗ ਅੱਜ ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲੇ ਕੁਝ ਖਾਸ ਅਨਾਉਂਸਮੈਂਟਸ ਨੇ। ਜਿਹੜਾ ਵੀ ਇਨਸਾਨ ਸਾਡੇ ਆਲੇ ਦੁਆਲੇ ਕੋਈ ਚੰਗਾ ਕੰਮ ਕਰਦਾ ਹੈ, ਜ਼ਰੂਰੀ ਬਣਦਾ ਹੈ ਕਿ ਉਸ ਦੇ ਬਾਰੇ ਬਾਕੀ ਸਭ ਨੂੰ ਵੀ ਦੱਸਿਆ ਜਾਵੇ। मैं सरी दे विच सरी सेंटर ऑटो रिपेयर्स वाले कोल अपनी कार ठीक करवान गई। उन्होंने जांदे ही सब तो पहला मैनू ब्रेकफास्ट करवाया, लंच करवाया। जब मैं उन्होंने पूछा कि तुसी ये सारा क्यों कर रहे हो, वो कहते जी असी अपना जिहड़ा सारा जीवन है वो गुरु दे लेखे लाया होया। साडे इस घर दे विच साडे इस ऑटो बॉडी दे विच कोई भी कार दी रिपेयर लई आवे या विदाउट रिपेयर वैसे कोई गल करन लई भी आ जांदा है। असी उन्हां नूं ये लंगर जिहड़ा असी चलाया होया असी सब नूं ऑफर करदे हां। सो तुसी जदों भी उन्हां दे कोल जाने हो, उन्हां दे ऑटो रिपेयर्स हैगे ने जी 13654 104th एवेन्यू सरी दे विच। ਜਦੋਂ ਵੀ ਤੁਸੀਂ ਉਹਨਾਂ ਦੇ ਕੋਲ ਜਾਓਗੇ ਉਹ ਦੋਨੋਂ ਹਸਬੈਂਡ ਵਾਈਫ ਸੈਮ ਬੈਸਨ ਜਿਹੜੇ ਕਿ ਮੈਨੇਜਰ ਨੇ, ਉਹਨਾਂ ਦੀ ਵਾਈਫ ਬਹੁਤ ਹੀ ਮਿੱਠ ਬੋਲੜੇ ਇਨਸਾਨ ਨੇ ਦੋਨੋਂ ਜਣੇ, ਔਰ ਤੁਹਾਨੂੰ ਇਸ ਤਰ੍ਹਾਂ ਅਟੈਂਡ ਕਰਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਦੇ ਘਰੇ ਸੱਚੀ ਮੁੱਚੀ ਰੱਬ ਚੱਲ ਕੇ ਆਇਆ ਹੋਵੇ। ਅਸੀਂ ਆਪਣੇ ਪ੍ਰੋਗਰਾਮ ਦੇ ਵੱਲੋਂ ਸਾਡੇ ਸਟਾਫ ਦੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ, ਆਪਣੀ ਲਾਈਫ ਨੂੰ ਇੰਨੇ ਸੋਹਣੇ ਸੱਚੇ ਤਰੀਕੇ ਦੇ ਨਾਲ ਸੱਚੀ ਰਾਹ ਦੇ ਉੱਪਰ ਲਗਾਇਆ ਹੋਇਆ। ਤੇ ਉਮੀਦ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀਆਂ ਕਮਾਈਆਂ ਦੇ ਵਿੱਚ ਬਰਕਤ ਵੀ ਪਾਵੇ। ਇੱਕ ਹੋਰ ਸੂਚਨਾ, ਗੁਰਦੀਪ ਆਰਟਸ ਅਕੈਡਮੀ ਵੱਲੋਂ ਪੰਜਾਬੀ ਪਲੇ ਕਰਵਾਇਆ ਜਾ ਰਿਹਾ ਕਾਮਾ ਗਾਟਾ ਮਾਰੂ, ਜਿਹੜਾ ਕਿ ਨਵੰਬਰ 3 ਨੂੰ ਬੈਲ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈ। ਉਹ 5 ਵਜੇ ਸ਼ੁਰੂ ਹੋ ਜਾਏਗਾ। ਜੇ ਤੁਸੀਂ ਇਸ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫੋਨ ਨੰਬਰ ਸਕਰੀਨ ਦੇ ਉੱਪਰ ਹੈ, ਤੁਸੀਂ ਗੁਰਦੀਪ ਆਰਟਸ ਅਕੈਡਮੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਲੈਣੇ ਇੱਕ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਦੂਸਰਾ ਭਾਗ ਏਡਸ ਦੇ ਉੱਪਰ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਏਗਾ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੁਆਲਿਟੀ ਗਾਰਮੈਂਟ ਤੋਂ ਬੋਲ ਰਹੇ ਹਾਂ, ਜਿੱਥੇ ਸਾਡੀ ਕਲੋਜ਼ ਆਊਟ ਸੇਲ ਲੱਗੀ ਸੀ। ਭੈਣ ਜੀ ਤੁਸੀਂ ਹੈਰਾਨ ਹੋਏ ਹੋਵੋਗੇ ਕਿ ਹੁਣ ਬਾਹਰ ਬੋਰਡ ਲਾ ਦਿੱਤਾ ਮੂਵਿੰਗ ਸੇਲ ਦਾ। ਬਿਲਕੁਲ ਜੀ, ਮੈਂ ਇਸੇ ਕਰਕੇ ਆਈ ਹਾਂ ਕਿ ਇਹ ਹੋ ਕੀ ਰਿਹਾ, ਜ਼ਰਾ ਸਾਨੂੰ ਤੇ ਸਾਡੇ ਸਾਰੇ ਵਿਊਅਰਸ ਨੂੰ ਦੱਸੋ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਭੈਣ ਜੀ, ਜਿੰਨਾ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਜਿੰਨਾ ਉਹਨਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਤੁਸੀਂ ਬਿਜ਼ਨਸ ਬੰਦ ਨਹੀਂ ਕਰ ਸਕਦੇ, ਤੁਹਾਨੂੰ ਖੋਲ੍ਹਣਾ ਹੀ ਪੈਣਾ। ਅਸੀਂ ਸੋਚਦੇ ਸੀ ਅਸੀਂ ਰੈਂਟਲ ਨਹੀਂ ਲੈਣਾ, ਹੁਣ ਅਸੀਂ ਆਪਣੀ ਜਗ੍ਹਾ ਲੈਣੀ, ਇਸ ਕਰਕੇ ਸਾਨੂੰ 3-4 ਮਹੀਨੇ ਲੱਗ ਗਏ ਨੇ ਲੋਕਾਂ ਨੂੰ ਦੱਸਣ ਵਾਸਤੇ। ਹੁਣ ਅਸੀਂ ਬੜੇ ਫਖਰ ਨਾਲ ਕਹਿ ਰਹੇ ਹਾਂ ਕਿ ਅਸੀਂ 94 ਤੇ ਸਕਾਟ ਰੋਡ ਤੇ ਮੂਵ ਹੋ ਰਹੇ ਹਾਂ, ਜਿੱਥੇ ਇਸੇ ਤਰ੍ਹਾਂ ਬਿਜ਼ਨਸ ਚੱਲੇਗਾ, ਇਹੀਓ ਸਮਾਨ ਹੋਵੇਗਾ, ਅਸੀਂ ਹੀ ਸੇਵਾ ਕਰਾਂਗੇ। ਰੀਅਲ ਸਟੇਟ ਦੀ ਸੇਵਾ ਦੇ ਨਾਲ ਨਾਲ ਕੁਆਲਿਟੀ ਗਾਰਮੈਂਟ ਦਾ ਸਟੋਰ ਇਸੇ ਤਰ੍ਹਾਂ ਚੱਲੇਗਾ, ਇਸੇ ਤਰ੍ਹਾਂ ਸਾਰੇ ਕੱਪੜੇ ਹੋਣਗੇ, ਇਸੇ ਤਰ੍ਹਾਂ ਸੇਲ ਪ੍ਰਾਈਸਾਂ ਮਿਲਣ। ਕੁਆਲਿਟੀ ਗਾਰਮੈਂਟ ਜੋ ਬਾਕਸਿੰਗ ਡੇ ਤੱਕ ਇਸੇ ਲੋਕੇਸ਼ਨ ਤੇ ਸੇਲ ਲਾਈ ਰੱਖੇਗਾ। ਕੁਆਲਿਟੀ ਗਾਰਮੈਂਟ ਦੀ ਕਲੋਜ਼ ਆਊਟ ਦੀ ਸੇਲ ਦਾ ਫਾਇਦਾ ਉਠਾਓ। 9441 ਸਕਾਟ ਰੋਡ ਤੇ ਮੂਵ ਹੋਣ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਸਾਡਾ ਸਾਰਾ ਸਮਾਨ ਖਤਮ ਹੋ ਜਾਏ। ਮੇਰੀਆਂ ਭੈਣਾਂ ਯਾਦ ਰੱਖਣ, ਕੁਆਲਿਟੀ ਗਾਰਮੈਂਟ ਕਲੋਜ਼ ਆਊਟ ਦਾ ਫਾਇਦਾ ਉਠਾਉਂਦੇ ਹੋਏ ਜ਼ਰੂਰ ਪਹੁੰਚੋ। ਇੱਕ ਹੋਰ ਗੱਲ, ਆਪਣੀ ਕਮਿਊਨਿਟੀ 'ਚ ਕਾਫੀ ਜ਼ਿਆਦਾ ਲੋਕ ਇਸ ਤਰ੍ਹਾਂ ਸੋਚਦੇ ਆ ਕਿ ਜੇ ਕਿਸੇ ਨੂੰ ਪਤਾ ਲੱਗ ਜਾਏਗਾ ਕਿ ਮੈਂ ਟੈਸਟ ਕਰਵਾਉਣ ਜਾਊਂਗਾ ਕਿ ਮੈਂ HIV ਪੋਜ਼ਿਟਿਵ ਹਾਂ, ਤਾਂ ਇਸ ਗੱਲ ਦਾ ਇੱਕ ਬਖੇੜਾ ਖੜਾ ਹੋ ਜਾਣਾ, ਸਾਰੀ ਦੁਨੀਆ ਨੂੰ ਪਤਾ ਲੱਗੇਗਾ, ਮੇਰੀ ਬੇਇੱਜ਼ਤੀ ਹੋਏਗੀ। ਲੋਕ ਇਹੀ ਸੋਚਦੇ ਨੇ ਕਿ ਸ਼ਾਇਦ ਜਿਹੜੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਇਹ ਕਿਸੇ ਨੀਡਲਸ ਸ਼ੇਅਰ ਕਰਨ ਨਾਲ ਵੀ ਹੋ ਜਾਂਦਾ ਹੈ। ਹੋ ਸਕਦਾ ਕਿਸੇ ਨੂੰ ਇੰਡੀਆ ਤੋਂ 10 ਸਾਲ ਪਹਿਲਾਂ ਵੀ ਇਹ ਬਿਮਾਰੀ ਲੱਗੀ ਹੋਵੇ, ਅੱਜ ਤੱਕ ਉਹਨੂੰ ਪਤਾ ਵੀ ਨਾ ਚੱਲਿਆ ਹੋਵੇ। ਲੋਕ ਜਾਣਾ ਨਹੀਂ ਚਾਹੁੰਦੇ, ਬਟ ਇਹ ਜੇ ਜਾਣਾ ਚਾਹਣ ਜਾਂ ਕਿੱਥੇ ਜਾ ਸਕਦੇ ਨੇ ਕਿ ਬਾਕੀ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਐਂਡ ਇਕੱਲੇ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਇਹ ਜਿਹਦਾ ਫਿਕਰ ਹੈਗਾ, ਇਹ ਕਾਫੀ ਕਮਿਊਨਿਟੀਜ਼ ਦੇ ਵਿੱਚ ਫਿਕਰ ਹੈਗਾ। ਅਸੀਂ ਜਿਹੜੀ ਕੌਨਫੀਡੈਂਸ਼ੀਅਲਿਟੀ ਅਸੀਂ ਬਹੁਤ ਇੰਪੋਰਟੈਂਟ ਸਮਝਦੇ ਹਾਂ। ਸੋ ਇਹ ਉਸ ਬਿਮਾਰੀਆਂ ਨੂੰ ਲੜਨ ਦੀ ਤਾਕਤ ਨੂੰ ਖਤਮ ਕਰਦਾ ਹੈ। ਤੇ ਬੋਡੀ ਦੇ ਵਿੱਚ ਜਿਹੜੇ CD4 ਸੈਲਸ ਹੈ, ਉਹਨਾਂ ਦਾ ਇਹ ਕੰਮ ਹੈਗਾ ਬਿਮਾਰੀਆਂ ਤੋਂ ਬਚਾਉਣ ਦਾ। ਤੇ ਇਹ ਵਾਇਰਸ ਹੌਲੀ ਹੌਲੀ ਉਹਨਾਂ ਤੇ ਹਮਲਾ ਕਰਦਾ, ਉਹਨਾਂ ਤੇ ਤਵਾ ਬੋਲਦਾ। ਠੀਕ ਹੈ, ਜਿਵੇਂ ਜਿਵੇਂ ਇਹ CD4 ਸੈਲਸ ਸਰੀਰ ਚੋਂ ਘਟਦੇ ਜਾਂਦੇ ਆ, ਉਵੇਂ ਉਵੇਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਖਤਮ ਹੁੰਦੀ ਜਾਂਦੀ ਹੈ। ਤੇ ਫਿਰ ਬਹੁਤ ਸਾਰੇ ਛੂਤ ਦੀਆਂ ਬਿਮਾਰੀਆਂ, ਨਿਮੋਨੀਆ, ਕੈਂਸਰ, ਬੋਕਾਪ੍ਰਸਤ ਇਨਫੈਕਸ਼ਨ ਸਾਰੇ ਠੀਕ ਹੈ ਹਮਲਾ ਕਰਦੇ ਆ। HIV ਇੱਕ ਵਾਇਰਸ ਹੈ,
ਓਕੇ ਠੀਕ ਹੈ ਜੀ ਬਿਲਕੁਲ ਐਂਡ ਇੱਕ ਆਪਾਂ ਗੱਲਬਾਤ ਕਰਦੇ ਹੁੰਦੇ ਏਡਸ ਦੀ ਹੁਣ ਤੁਸੀਂ ਇਹ ਦੱਸੋ ਵੀ ਏਡਸ ਕੀ ਚੀਜ਼ ਹੈ ਸੋ AIDS ਇਹ ਬਿਮਾਰੀ ਹੈਗੀ ਆ ਪਰ ਉਹ HIV ਤੋਂ ਸ਼ੁਰੂ ਕਰਦੀ ਆ ਸੋ ਹੁਣ ਸਾਡੇ ਕੋਲ ਜੇ ਕਿਸੇ ਕੋਲ HIV ਦੀ ਬਿਮਾਰੀ ਹੈਗੀ ਆ ਤਾਂ ਉਹਨਾਂ ਨੇ ਇਸ ਬਿਮਾਰੀ ਲਈ ਕੋਈ ਟ੍ਰੀਟਮੈਂਟ ਨਹੀਂ ਲਈ ਫਿਰ ਉਹ ਜਿਹੜੀ ਬਿਮਾਰੀ ਉਹ ਵਧੀ ਜਾਂਦੀ ਆ ਸੋ ਉਦੋਂ ਵੱਧਦੀ ਆ ਤਾਂ ਫਿਰ ਕਾਫੀਆਂ ਪ੍ਰੋਬਲਮਸ ਆ ਪੈਂਦੀਆਂ ਜਿਵੇਂ ਸਵਰਨਦੀਪ ਨੇ ਤੁਹਾਨੂੰ ਦੱਸਿਆ ਸੀ ਨਮੋਨੀਆ ਕੈਂਸਰਸ ਵੀ ਹੋ ਸਕਦੇ ਆ ਜੇ ਤੁਸੀਂ ਉਹ ਟ੍ਰੀਟਮੈਂਟ ਨਹੀਂ ਲੈਣੇ ਫਿਰ ਉਹ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਕੇ ਉਹ ਫਿਰ ਏਡਸ ਬਣ ਜਾਂਦਾ ਸੋ ਬੇਸਿਕਲੀ ਜਿਹੜੀ HIV ਪੋਜ਼ਿਟਿਵ ਜੇ ਤੁਸੀਂ ਹੋ ਜਾਂਦੇ ਹੋ ਜੇ ਉਸ ਬਿਮਾਰੀ ਦਾ ਇਲਾਜ ਨਹੀਂ ਹੁੰਦਾ ਤਾਂ ਉਹ ਏਡਸ ਬਣ ਜਾਂਦਾ ਹਾਂਜੀ ਰਾਈਟ ਹੁਣ ਇਹ ਦੱਸੋ ਕਿ ਇਹ ਬਿਮਾਰੀ ਇੰਨੀ ਘਾਤਕ ਬਿਮਾਰੀ ਲੱਗਦੀ ਕਿਸ ਤਰ੍ਹਾਂ ਹੈ ਕਿਉਂ ਲੱਗਦੀ ਹੈ ਇਹਦੇ ਕਾਫੀ ਸਾਰੇ ਕਾਰਨ ਹੈਗੇ ਮੇਨ ਇਹ ਹੈਗਾ ਕਿ ਇਹ ਜਿਹੜੇ ਬਿਮਾਰੀ ਹੈ ਇਹਦੇ ਜਿਹੜੇ ਵਾਇਰਸ ਹੈਗੇ ਇਹ ਬਾਡੀ ਦੇ ਜਿਹੜੇ ਤਰਲ ਪਦਾਰਥ ਹੈ ਫਲੂਇਡਸ ਹੈ ਉਹਦੇ ਵਿੱਚ ਪਾਈ ਜਾਂਦੀ ਹੈ ਜਿਵੇਂ ਕਿ ਖੂਨ ਆਦਮੀਆਂ ਦਾ ਸੀਮਨ ਤੇ ਔਰਤਾਂ ਦੇ ਵੈਜਾਈਨਲ ਫਲੂਇਡ ਯੋਨੀ ਦੇ ਫਲੂਇਡ ਚ ਪਾਈ ਜਾਂਦੀ ਹੈ ਜੀ ਤਾਂ ਇਹ ਹੁੰਦੀ ਇਸ ਤਰ੍ਹਾਂ ਹੈਗੀ ਕਿ ਜੇ ਕੋਈ ਅਨਪ੍ਰੋਟੈਕਟਡ ਸੈਕਸ ਕਰਦੇ ਆ ਰਾਈਟ ਤੇ ਜੇ ਕਿਸੇ ਪਾਰਟਨਰ ਨੂੰ HIV ਵਾਇਰਸ ਹੈ ਤੇ ਉਸ ਨੂੰ ਹੋ ਸਕਦਾ ਜੇ ਬਿਨਾਂ ਕੰਡੋਮ ਯੂਜ਼ ਕਰਿਆ ਸੈਕਸ ਕਰਦੇ ਆ ਫਿਰ ਇਹ ਹੋ ਸਕਦੀ ਹੈਗੀ ਖੂਨ ਤੋਂ ਜੇ ਕਿਸੇ ਨੇ ਇੰਜੈਕਸ਼ਨ ਲਵਾਇਆ ਜਿਹੜਾ ਸਟਰਲਾਈਜ਼ਡ ਨਹੀਂ ਜੇ ਕੋਈ ਸਰਜੀਕਲ ਪ੍ਰੋਸੀਜਰਸ ਕਰਵਾਏ ਆ ਕੋਈ ਡੈਂਟਲ ਪ੍ਰੋਸੀਜਰਸ ਕਰਵਾਏ ਆ ਸਪੈਸ਼ਲੀ ਉਹਨਾਂ ਦੇਸ਼ਾਂ ਜਿੱਥੇ ਕਿ ਇਹਦਾ ਇਨਸੀਡੈਂਸ ਕਾਫੀ ਹਾਈ ਹੈ ਜਿਵੇਂ ਕਿ ਇੰਡੀਆ ਪਾਕਿਸਤਾਨ ਉਹ ਡਿਵੈਲਪਿੰਗ ਕੰਟਰੀਜ਼ ਉਹਨਾਂ ਨੂੰ ਹੋਣ ਦੇ ਚਾਂਸਸ ਹੈ ਜੇ ਹੋਵੇ ਆਲਰੇਡੀ ਖੂਨ 'ਚ ਦੂਸਰਾ ਕੈਨੇਡਾ ਦੇ ਵਿੱਚ ਜੇ 1990 ਮਤਲਬ ਹੋ ਕਿਵੇਂ ਸਕਦਾ ਤਾਂ ਹੋਰ ਡਰੱਗ ਇਕਵਿਪਮੈਂਟ ਤੋਂ ਠੀਕ ਹੈ ਜਿਹੜੇ ਲੋਕ ਡਰੱਗ ਦਾ ਸਾਜੋ ਸਮਾਨ ਸਾਂਝਾ ਕਰਦੇ ਆ ਤੇ ਸੂਈਆਂ ਵਗੈਰਾ ਤੇ ਪਲੱਸ ਜਿਹੜੇ ਉਹ ਸੁੰਘਦੇ ਆ ਜਿਹੜੀਆਂ ਚੀਜ਼ਾਂ ਨਾਲ ਡਰੱਗਸ ਉਹ ਪਾਈਪਸ ਐਂਡ ਸਟ੍ਰੋਜ਼ ਉਹਨਾਂ ਤੇ ਵੀ ਜੇ ਬਲੱਡ ਲੱਗਿਆ ਰਿਹਾ ਜੇ ਉਹਦੇ ਨਾਲ ਵੀ ਹੋ ਸਕਦਾ ਫਿਰ ਇਹ ਐਕਿਊਪੰਕਚਰ ਟੈਟੂਜ਼ ਡਾਇਲਿਸਿਸ ਤੇ ਮਾਂ ਬੱਚੇ ਨੂੰ ਵੀ ਪਾਸ ਕਰ ਸਕਦੀ ਹੈ ਜੇ ਮਾਂ ਪ੍ਰੈਗਨੈਂਟ ਹੈ ਤਾਂ ਉਹਨਾਂ ਨੇ HIV ਦੀ ਸਕਰੀਨਿੰਗ ਨਾ ਕੀਤੀ ਹੋਵੇ ਤੇ ਮਾਂ ਨੂੰ HIV ਹੈਗੀ ਫਿਰ ਉਹ ਬੇਬੀ ਨੂੰ ਵੀ ਪਾਸ ਔਨ ਕਰ ਸਕਦੀ ਹੈ ਪਰ ਕੈਨੇਡਾ ਦੇ ਵਿੱਚ ਇੰਨੀ ਬਹੁਤੀ ਕੰਸਰਨ ਹੈ ਨਹੀਂ ਕਰਕੇ ਜਿਹੜੀ ਵੀ ਔਰਤ ਪ੍ਰੈਗਨੈਂਟ ਹੈਗੀ ਆ ਤੇ ਜੇ ਤੁਸੀਂ ਆਪਣੇ ਡਾਕਟਰ ਕੋਲ ਜਾਂਦੇ ਆ ਉਹ ਸਕਰੀਨਿੰਗ ਕਰਦੇ ਆ ਇਹ HIV ਲਈ ਬਟ ਰਮਨ ਇੱਕ ਹੋਰ ਗੱਲ ਦੱਸੋ ਜੇ ਕੋਈ HIV ਪੋਜ਼ਿਟਿਵ ਹੈ ਜਿਸ ਤਰ੍ਹਾਂ ਕਿ ਤੁਸੀਂ ਇਹ ਦੱਸਿਆ ਕਿ ਯੈਸ ਅਨਪ੍ਰੋਟੈਕਟਡ ਸੈਕਸ ਕਰਨ ਦੇ ਨਾਲ ਹੀ ਹੋ ਜਾਂਦੀ ਹੈ ਬਟ ਕੀ ਹੈਂਡਸ਼ੇਕ ਕਰਨ ਨਾਲ ਕਿਸੇ ਨੂੰ ਹੱਗ ਕਰਨ ਨਾਲ ਕਿਸੇ ਨੂੰ ਕਿਸ ਕਰਨ ਦੇ ਨਾਲ ਵੀ HIV ਦੇ ਜਿਹੜੇ ਜਰਮਸ ਹੈਗੇ ਉਹ ਤੁਸੀਂ ਪਾਸ ਕਰਦੇ ਹੋ ਨੋ ਸੋ ਜਿੱਦਾਂ ਅਸੀਂ ਕਿਹਾ ਇਹ ਬਲੱਡ ਟੂ ਬਲੱਡ ਔਰ ਬਾਡੀ ਫਲੂਇਡਸ ਦੇ ਕੰਟੈਕਟ ਦੇ ਨਾਲ ਇਹ ਬਿਮਾਰੀ ਫੈਲਦੀ ਹੈ ਓਕੇ ਸੋ ਜੇ ਤੁਸੀਂ ਆਮ ਇਕੱਠੇ ਘਰ ਦੇ ਵਿੱਚ ਰਹਿੰਦੇ ਆ ਹੱਗ ਕਰਦੇ ਕਿਸ ਕਰਦੇ ਜੱਫੀਆਂ ਜੱਫੀ ਪਾਉਂਦੇ ਇਹ ਜੇ ਈਵਨ ਤੁਸੀਂ ਇੱਕ ਦੂਜੇ ਦੇ ਭਾਂਡੇ ਵੀ ਸ਼ੇਅਰ ਕਰਦੇ ਆ ਕਿਸੇ ਦੇ ਨਾਲ ਉਦਾਂ ਹੀ ਪੈਨੇ ਸੌਂਦੇ ਆ ਫਿਰ ਨਹੀਂ ਇਹ ਬਿਮਾਰੀ ਇਸ ਤਰ੍ਹਾਂ ਲੱਗਦੀ ਬਟ ਇਹਦੇ ਵਿੱਚ ਮੈਂ ਥੋੜੀ ਜਿਹੀ ਇੱਕ ਗੱਲ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਜਿਹੜੇ ਦੰਦ ਹੁੰਦੇ ਨੇ ਉਹ ਬਹੁਤ ਜ਼ਿਆਦਾ ਹੈਲਦੀ ਨਹੀਂ ਹੁੰਦੇ ਉਹਨਾਂ ਦੇ ਵਿੱਚੋਂ ਕਈ ਵਾਰੀ ਬਲੀਡਿੰਗ ਹੁੰਦੀ ਹੈ ਜੇ ਤੁਸੀਂ ਵੈਸੇ ਕਿਸ ਕਰਦੇ ਹੋ ਉਹ ਬਲੱਡ ਜਿਹੜਾ ਹੈਗਾ ਉਹਦੇ ਨਾਲ ਤੁਸੀਂ HIV ਜਿਹੜੀ ਆ ਉਹ ਕੈਚ ਕਰ ਸਕਦੇ ਹੋ ਪੋਸਿਬਿਲਿਟੀ ਬਹੁਤ ਲੋ ਹੈ ਕਰਕੇ ਬਲੱਡ ਟੂ ਬਲੱਡ ਕੰਟੈਕਟ ਹੋਣਾ ਚਾਹੀਦਾ ਸੋ ਸਮਝੋ ਜੇ ਜੇ ਇੱਕ ਪਰਸਨ ਕੋਲ ਬਲੱਡ ਆਪਣੇ ਮੂੰਹ ਦੇ ਵਿੱਚ ਹੈਗਾ ਤੇ ਦੂਜੇ ਪਰਸਨ ਦਾ ਮੂੰਹ ਐਨ ਸਹੀ ਹੈ ਕੋਈ ਕੱਟਸ ਨਹੀਂ ਹੈਗੇ ਕੋਈ ਬਲੀਡਿੰਗ ਗਮਸ ਨਹੀਂ ਹੈਗੇ ਫਿਰ ਲੱਗਣੀ ਨਹੀਂ ਚਾਹੀਦੀ ਠੀਕ ਹੈ but having said that ਜਿਹੜੇ ਤੁਹਾਡੇ ਆਪਣੀ ਪਰਸਨਲ ਚੀਜ਼ਾਂ ਆ ਉਦਾਂ ਹੀ ਚੰਗੀ ਹੈਬਿਟ ਰੱਖਣ ਲਈ ਜਿਹੜੇ ਤੁਹਾਡੇ ਰੇਜ਼ਰਸ ਆ ਬਲੇਡਸ ਆ ਤੁਹਾਡੇ ਨੋ ਕੱਟਣ ਵਾਲੀਆਂ ਨੇਲ ਕਲਿੱਪਰਸ ਆ ਈਵਨ ਜਿਹੜੇ ਤੁਹਾਡੇ ਟੂਥਬ੍ਰਸ਼ ਆ ਡੈਂਟਲ ਫਲਾਸ ਉਹ ਸਾਰੀ ਜਿਹੜੀ ਪਰਸਨਲ ਚੀਜ਼ਾਂ ਉਹ ਤੁਹਾਨੂੰ ਹਮੇਸ਼ਾ ਅਲੱਗ ਰੱਖਣੀਆਂ ਚਾਹੀਦੀਆਂ ਜੇ ਕਿਸੇ ਇਨਸਾਨ ਨੇ ਕਿਤੇ ਵੀ HIV ਜਿਸ ਤਰ੍ਹਾਂ ਤੁਸੀਂ ਇੱਕ ਸੋਚੋ ਕਿ ਇਹ ਵਾਇਰਸ ਕੈਚ ਕੀਤਾ ਉਹਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਕਿ ਇਹ ਵਾਇਰਸ ਮੇਰੇ ਅੰਦਰ ਹੁਣ ਹੈਗਾ ਹਾਂਜੀ ਇਹ ਮੈਂ ਇਹਨਾਂ ਕੁ ਦੱਸੂਗੀ ਕਿ ਇਹਦੇ ਬਾਰੇ ਤੁਹਾਨੂੰ ਪਤਾ ਰਮਨ ਦੱਸਣਗੇ ਡੀਟੇਲ ਪਹਿਲਾਂ ਫਲੂ ਲਾਈਕ ਸਿੰਪਟਮਸ ਹੁੰਦੇ ਆ ਪਰ ਆਪਾਂ ਉਹਨਾਂ ਨੂੰ ਸਮਝਦੇ ਹਾਂ ਕਿ ਮੈਨੂੰ ਫਲੂ ਹੋਇਆ ਫਲੂ ਲਾਈਕ ਸਿੰਪਟਮਸ ਹੋ ਸਕਦੇ ਠੀਕ ਹੈ ਹੋ ਸਕਦੇ ਆ ਐਂਡ ਉਸ ਤੋਂ ਬਾਅਦ ਆਪਾਂ ਐਵੇਂ ਜੀ ਜਾਂਦੇ ਆ ਤੇ 10 ਤੋਂ 20 ਸਾਲ ਲੱਗ ਜਾਂਦੇ ਆ ਕਈ ਵਾਰੀ ਉਹ ਸਟੇਜ ਆਉਣ ਤੇ ਕਿ ਜਦੋਂ ਮਹਿਸੂਸ ਹੋਵੇ ਤੇ am I right Raman? ਸੋ ਜੇ ਤੁਸੀਂ ਇਨ ਕੰਟੈਕਟ HIV ਦੇ ਨਾਲ ਆਉਂਦੇ ਆ about 2 to 3 weeks ਲੱਗ ਸਕਦੇ ਇਹੋ ਜਿਹੜੇ ਲੱਛਣ
ਆਉਣ ਨੂੰ Okay. ਓਕੇ ਐਂਡ ਉਹ ਜਿਹੜੇ ਲੱਛਣ ਹੋ ਸਕਦੇ ਬੁਖਾਰ ਹੋ ਸਕਦਾ ਗਲਾ ਦੁਖ ਸਕਦਾ ਰਾਤ ਨੂੰ ਜਦੋਂ ਪਸੀਨਾ ਚੜ ਸਕਦਾ ਟੱਟੀਆਂ ਲੱਗ ਸਕਦੀਆਂ Okay. ਓਕੇ ਔਰ ਜਦੋਂ ਤੁਹਾਡੀ ਬਾਡੀ ਜਦੋਂ ਥੱਕੀ ਥਕਾਵਟ ਜਿਹੀ ਮਹਿਸੂਸ ਕਰਦੇ ਆ ਠੀਕ ਜਿਵੇਂ ਹੈ। ਫਲੂ ਵਾਂਗਰ ਓਕੇ ਤੇ ਫਿਰ ਕੀ ਹੋ ਜਾਂਦਾ ਫਿਰ ਉਦੋਂ ਉਸ ਪੀਰੀਅਡ ਲੰਘ ਜਾਂਦਾ ਫਿਰ ਇਹ ਹੋ ਸਕਦਾ ਤੁਹਾਨੂੰ ਕੋਈ ਸਿੰਪਟਮਸ ਨਹੀਂ ਹੈਗੇ ਓ ਅੱਛਾ ਜੀ ਠੀਕ ਹੈ ਸੋ ਉਹ ਜਿਹੜੇ ਸਿੰਪਟਮਸ ਤੁਸੀਂ ਪਹਿਲਾਂ ਦੇਖਦੇ ਜਿਹੜੀ ਤੁਹਾਡੀ ਬਾਡੀ ਰਿਐਕਟ ਕਰਦੀ HIV ਉਹ ਵਾਇਰਸ ਨੂੰ ਉਹ Right. ਕੋਸ਼ਿਸ਼ ਕਰਦੀ ਲੜਨ ਲਈ ਸੋ ਯੂਰ ਬਾਡੀ ਇਜ਼ ਵਰਕਿੰਗ ਵੈਰੀ ਹਾਰਡ ਤਾਂ ਟਾਇਰਡ ਹੋ ਜਾਂਦੀ ਹੈ ਠੀਕ ਹੈ ਤੇ ਫਿਰ ਤੁਹਾਡੀ ਬਾਡੀ ਸਟਾਰਟਸ ਟੂ ਗੈਟ ਯੂਜ਼ਡ ਟੂ ਦ ਵਾਇਰਸ ਤੇ ਫਿਰ ਸਿੰਪਟਮਸ ਉਹ ਲੱਛਣ ਚੱਲ ਜਾਂਦੇ ਆ ਓਕੇ ਸੋ ਬਟ ਬੈਸਟ ਤੁਸੀਂ ਗੱਲ ਹਾਈਲੀ ਇਟਸ ਸਟਿਲ ਹਾਈਲੀ ਇਨਫੈਕਸ਼ੀਅਸ ਹੈ ਉਦੋਂ ਤੁਸੀਂ ਪਹਿਲਾਂ ਤੁਹਾਨੂੰ HIV ਲੱਗਦੀ ਆ ਦੈਟਸ ਦ ਮੋਸਟ ਟਾਈਮ ਦੈਟ ਯੂਰ ਮੋਸਟ ਇਨਫੈਕਸ਼ੀਅਸ ਕਿ ਤੁਸੀਂ ਦੂਸਰੇ ਨੂੰ ਦੇ ਸਕਦੇ ਹੋ That's ਚਾਹੇ right. ਤੁਹਾਨੂੰ ਨਹੀਂ ਪਤਾ ਰਾਈਟ Yeah. ਦੈਟਸ ਰਾਈਟ ਬਟ ਵੈਲ ਵੈਸੇ ਤਾਂ ਜਿਸ ਤਰ੍ਹਾਂ ਕਿ ਗਵਰਨਮੈਂਟ ਦਾ ਇੱਕ ਕਾਨੂੰਨ ਵੀ ਹੈਗਾ ਕਿ ਜੇ ਤੁਸੀਂ HIV ਪੋਜ਼ਿਟਿਵ ਹੈਗੇ ਹੋ ਜੇ ਤੁਹਾਡਾ ਕੋਈ ਸੈਕਸ ਪਾਰਟਨਰ ਹੈ ਤੁਸੀਂ ਉਹਨੂੰ ਪਹਿਲਾਂ ਦੱਸਣਾ ਹੈ ਕਿ ਤੁਸੀਂ HIV ਪੋਜ਼ਿਟਿਵ ਹੋ Yes. ਲੇਕਿਨ ਆਫ ਕੋਰਸ ਜੇ ਤੁਹਾਨੂੰ ਆਪਣੇ ਆਪ ਨੂੰ ਵੀ ਨਹੀਂ ਪਤਾ ਹੈਗਾ ਕਿ ਤੁਸੀਂ HIV ਪੋਜ਼ਿਟਿਵ ਹੋ ਤੁਸੀਂ ਇਹ ਸਟੇਟਮੈਂਟ ਜਿਹੜੀ ਹੈ ਦੇ ਨਹੀਂ ਸਕਦੇ ਬਟ ਕਿੰਨਾ ਲੋਕਾਂ ਨੂੰ ਚੈੱਕ ਕਰਵਾਉਣਾ ਚਾਹੀਦਾ ਹੈਗਾ ਕਿ ਸਾਡੇ ਏਡਸ ਹੈ ਜਾਂ HIV ਵਾਇਰਸ ਹੈ ਕਿ ਨਹੀਂ Yeah. ਹੁਣ recommendations ਆਈਆਂ to the doctors. ਸਾਰੇ everybody ਨੂੰ at least once every 5 years HIV ਦਾ ਟੈਸਟ ਕਰਾਉਣਾ ਚਾਹੀਦਾ ਹੈ। ਜੇ Okay. ਤੁਹਾਡਾ ਲਾਈਫਸਟਾਈਲ little bit more high risk lifestyle ਹੈਗਾ ਕਾਫੀ ਪਾਰਟਨਰਸ ਹੈਗੇ ਤੁਸੀਂ IV ਡਰਗ ਯੂਜ਼ ਕਰਦੇ ਜੇ ਤੁਸੀਂ ਆਦਮੀ ਆ ਤਾਂ ਤੁਸੀਂ ਹੋਰ ਆਦਮੀਆਂ ਨਾਲ ਸੈਕਸ ਕਰਦੇ ਆ ਫਿਰ ਤੁਹਾਨੂੰ ਜਿਹੜਾ ਇਹ HIV ਟੈਸਟ ਹੈ ਫਿਰ ਤੁਹਾਨੂੰ probably more regularly ਕਰਾਉਣਾ ਚਾਹੀਦਾ ਓਕੇ Yes. ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਇਸ ਟਾਈਮ ਕਿੱਥੇ ਖੜੀ ਹੈ ਇਹ ਜੀ 2011 ਦੇ ਸਟੈਟਸ ਮੁਤਾਬਿਕ 5 ਤੋਂ 10% ਜਿਹੜੇ ਨਵੇਂ ਰਿਪੋਰਟਡ ਕੇਸਿਸ ਸੀ ਫਰੇਜ਼ਰ ਹੈਲਥ ਰੀਜਨ ਚ ਉਹ ਸਾਊਥ ਏਸ਼ੀਅਨ ਸੀ ਤੇ ਇਸੇ ਕਰਕੇ ਫਿਰ ਇਹ ਅਸੀਂ ਆਏ ਹਾਂ ਅੱਜ ਐਂਡ ਜੇ ਤੁਸੀਂ ਦੇਖੋ ਜਿਸ ਤਰ੍ਹਾਂ ਤੁਸੀਂ ਇੰਡੀਆ ਦਾ ਦੱਸਿਆ ਇੰਡੀਆ ਦਾ ਕੁਆਇਟ ਹਾਈ ਹੈ ਹਾਂਜੀ ਕੁਆਇਟ ਹਾਈ ਹੈ ਤੇ ਇਸੇ ਕਰਕੇ ਜੋ ਤੁਸੀਂ ਪੁੱਛਿਆ ਸੀ ਕਿ ਕਿਹਨੂੰ ਟੈਸਟ ਕਰਵਾਉਣਾ ਚਾਹੀਦਾ ਇਸੇ Right. ਕਰਕੇ ਕਿ ਆਪਾਂ ਲੋਕ ਵਿੱਚੇ ਮੈਂ ਜਿਹੜੇ ਆਪਾਂ ਇੰਡੀਆ ਤੋਂ ਬੌਰਨ ਐਂਡ ਰੇਜ਼ਡ ਹੈ ਤੇ ਉੱਥੇ ਕਿਉਂਕਿ ਹਾਈ ਇਨਸੀਡੈਂਸ ਹੈਗਾ ਜੀ। ਤੇ ਆਪਾਂ ਬਚਪਨ ਤੋਂ ਲੈ ਕੇ ਇੰਜੈਕਸ਼ਨ ਵੀ ਲਵਾਏ ਆ ਡਾਕਟਰਸ ਦੇ ਵੀ ਗਏ ਆ ਆਈ ਥਿੰਕ ਮੈਂ ਜਦੋਂ ਬਚਪਨ ਚ ਮੈਨੂੰ ਲੱਗਦਾ ਉਦੋਂ ਤੋਂ ਬੋਇਲ ਕਰਦੇ ਹੁੰਦੇ ਸੀ ਜਦੋਂ ਕੌਣ That's it. ਸਿਰਿੰਜਸ ਹੁੰਦੀਆਂ ਹੀ ਨਹੀਂ ਸੀ That's it. ਲਾਈਕ ਹਾਂਜੀ। ਡਿਸਪੋਜ਼ੇਬਲ ਵਾਲੀਆਂ ਬਿਲਕੁਲ। ਆਈ ਮੀਨ ਸੋ ਆਪਾਂ ਥੋੜਾ ਜਿਹਾ ਜੇ ਲੋਕ ਬਾਰ-ਬਾਰ ਇੰਡੀਆ ਜਾਂਦੇ ਵੀ ਹੈ ਹਾਂਜੀ ਆਪਾਂ ਕਹਿੰਦੇ ਨੇ ਕਿ ਚਲ ਜੀ ਸਰਜਰੀ ਸਸਤੀ ਹੈ ਉੱਥੋਂ ਕਰਵਾ ਲਓ ਡੈਂਟਲ ਵਰਕ ਉੱਥੋਂ ਕਰਵਾ ਲਾਂਗੇ ਤਾਂ ਉਹਨਾਂ ਲੋਕਾਂ 'ਚ ਵੀ ਪਾਇਆ ਹੋ ਸਕਦਾ ਹੈ ਰਾਈਟ ਸੋ ਰਮਨ ਐਂਡ ਸਵਰਨਜੀਤ ਤੁਹਾਡੇ ਦੋਨਾਂ ਦਾ ਬਹੁਤ ਸ਼ੁਕਰੀਆ ਤੁਸੀਂ ਆਪਣੇ ਬਿਜ਼ੀ ਸਕੇਜੂਲ ਦੇ ਵਿੱਚੋਂ ਸਮਾਂ ਕੱਢਿਆ ਔਰ ਸਾਡੇ ਜਿਹੜੇ ਵਿਊਅਰਸ ਹੈਗੇ ਉਹਨਾਂ ਨੂੰ ਇੰਨੀ ਚੰਗੀ ਇਨਫੋਰਮੇਸ਼ਨ ਦਿੱਤੀ ਵੈਲ ਥੈਂਕ ਯੂ ਸੋ ਮਚ Thank you, Amity. ਥੈਂਕ ਯੂ ਥੈਂਕ ਯੂ ਥੈਂਕ ਯੂ ਇੱਕ ਵਾਰੀ ਫਿਰ ਤੁਹਾਨੂੰ ਅਸੀਂ ਅੱਜ ਡਾਇਰੈਕਟ ਫਰਨੀਚਰ ਤੇ ਲੈ ਕੇ ਆਏ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਤੁਹਾਨੂੰ ਅਸੀਂ ਸੋਲਿਡ ਵੁੱਡ ਦੇ ਮੈਂਗੋ ਵੁੱਡ ਦੇ ਆਪਾਂ ਟੇਬਲ ਦਿਖਾਉਣ ਜਾ ਰਹੇ ਹਾਂ ਇਹਦੇ ਵਿੱਚ ਆਹ 6 ਚੇਅਰਾਂ ਤੇ ਨਾਲ ਟੇਬਲ ਹੈਗਾ ਇਹਦੇ ਨਾਲ ਤੁਸੀਂ 8 ਚੇਅਰਾਂ ਵੀ ਲਾ ਸਕਦੇ ਆ ਇਹਦੇ ਵਿੱਚ ਇਦਾਂ ਖੁੱਲ ਜਾਂਦਾ ਤੇ ਇਹਦੇ ਵਿੱਚ ਇੱਕ ਲੀਫ ਇੱਧਰ ਪੈ ਜਾਣੀ ਆ ਇੱਕ ਲੀਫ ਉਧਰ ਪੈ ਸਕਦੀ ਆ ਦੋਨੇ ਪਾਸੇ ਇਹ ਇੱਕ ਲੀਫ ਪੈਣ ਦੇ ਨਾਲ 8 ਚੇਅਰਾਂ ਵਾਲਾ ਵੱਡਾ ਟੇਬਲ ਬਣ ਜਾਂਦਾ ਸੋਲਿਡ ਮੈਂਗੋ ਵੁੱਡ ਦਾ ਟੇਬਲ ਹੈਗਾ ਇਹਦੇ ਨਾਲ ਦਾ ਇੱਕ ਹੋਰ ਟੇਬਲ ਹੈਗਾ ਇਹ ਟੇਬਲ ਜਿਹੜਾ ਇਹਦਾ ਕਲਰ ਡਿਫਰੈਂਟ ਹੈਗਾ ਇਹਦੇ ਵਿੱਚ ਵੀ ਇਸੇ ਤਰ੍ਹਾਂ ਦੋਨੇ ਪਾਸੇ ਇੱਕ ਲੀਫ ਪੈ ਜਾਂਦੀ ਹੈ ਇੱਕ ਉਧਰ ਇੱਕ ਇੱਧਰ ਤੀਸਰਾ ਟੇਬਲ ਜਿਹੜਾ ਇਹ ਹੈਗਾ ਸੋਲਿਡ ਓਕ ਦਾ ਇਹ ਰਾਉਂਡ ਵੀ ਬਣ ਜਾਂਦਾ ਤੇ ਇਹ ਸਕੁਅਰ ਵੀ ਬਣ ਜਾਂਦਾ ਇਹਦੇ ਵਿੱਚ ਇੱਕ ਆ ਲੇਜੀ ਸੂਜਨ ਹੈਗੀ ਆ ਹੁਣ ਜਿੱਦਾਂ ਇਹ ਛੋਟਾ ਕਰਨਾ ਤਾਂ ਸਕੁਅਰ ਬਣਾ ਸਕਦੇ ਆ ਵੱਡਾ ਕਰਨਾ ਤਾਂ ਇੱਥੋਂ ਇਹਦਾ ਲੌਕ ਖੋਲ ਕੇ ਇਹਨੂੰ ਇਦਾਂ ਵੱਡਾ ਕਰ ਸਕਦੇ ਆ ਸਾਰੇ ਪਾਸਿਆਂ ਤੋਂ ਇਦਾਂ ਇਹ ਰਾਉਂਡ ਹੋ ਜਾਂਦਾ ਆ ਇਧਰੋਂ ਵੀ ਇਸੇ ਤਰ੍ਹਾਂ ਖੁੱਲ ਜਾਣਾ ਇਧਰੋਂ ਵੀ ਇਧਰੋਂ ਵੀ ਜੇ ਛੋਟਾ ਕਰਨਾ 4 ਚੇਅਰਾਂ ਲਾਉਣੀਆਂ 4 ਲਾ ਸਕਦੇ ਆ 6 ਚੇਅਰਾਂ ਲਾਉਣੀਆਂ 6 ਚੇਅਰਾਂ ਲਾ ਸਕਦੇ ਆ ਇਸੇ ਤਰ੍ਹਾਂ ਸਾਡੇ ਕੋਲ 2 ਟੇਬਲ ਹੋਰ ਆਏ ਆ ਆਹ ਟੇਬਲ ਜਿਹੜਾ ਵੱਡਾ ਹੈਗਾ ਇਹਦੇ ਵਿੱਚੋਂ ਲੀਫ ਕੱਢਣੀ ਹੋਵੇ ਤਾਂ ਕੱਢ ਵੀ ਸਕਦੇ ਆ ਛੋਟਾ ਬਣਾਉਣਾ ਛੋਟਾ ਬਣਾ ਸਕਦੇ ਆ ਇਹਨਾਂ ਦੀ ਪ੍ਰਾਈਸ ਅਸੀਂ ਸਪੈਸ਼ਲ ਵੀਕਐਂਡ ਤੇ ਸੇਲ ਲਾ ਰਹੇ ਆ ਇਹ ਰੈਗੂਲਰ ਪ੍ਰਾਈਸ ਜਿਹੜੀ ਹੈ $1199 $1200 ਦੀ ਹੁਣ ਇਹ ਤੁਹਾਨੂੰ 6 ਚੇਅਰਾਂ ਤੇ ਟੇਬਲ ਓਨਲੀ ਮਿਲਨੇ ਆ $699 $700 ਵਿੱਚ 7 ਪੀਸ ਤੇ ਇਸੇ ਤਰ੍ਹਾਂ ਆ ਜਿਹੜਾ ਨਾਲ ਦਾ ਹੈਗਾ ਇਹ ਪੱਬ ਟੇਬਲ ਹੈਗਾ ਇਹ ਵੀ 7 ਪੀਸ ਹੈਗੇ ਆ 6 ਚੇਅਰਾਂ ਤੇ ਨਾਲ ਟੇਬਲ ਇਹ ਪੱਬ ਵਾਲਾ ਹਾਈ ਵਾਲਾ ਇਹ ਚੋਂ ਵੀ ਲੀਫ ਕੱਢਣੀ ਹੋਵੇ ਕੱਢ ਸਕਦੇ ਆ ਛੋਟਾ ਬਣਾਉਣਾ ਛੋਟਾ ਬਣਾ ਸਕਦੇ ਆ ਇਹ ਵੀ 7 ਪੀਸ $699 ਦੇ $700 ਦੇ ਸਪੈਸ਼ਲ ਮਿਲਨੇ ਆ ਇਹ ਦੋਨਾਂ ਚੋਂ ਜਿਹੜਾ ਮਰਜ਼ੀ ਲੈ ਸਕਦੇ ਆ